7ਵੀਂ ਸ਼੍ਰੇਣੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੀ ਹਾਂ। ਜੀ ਆਇਆਂ ਨੂੰ ਆਖਦੀ ਹਾਂ। ਆਸ ਕਰਦੀ ਹਾਂ ਸਭ ਕੁਸ਼ਲ ਮੰਗਲ ਹੋਵੋਗੇ। ਵਿਦਿਆਰਥੀਓ, ਅਸੀਂ ਨਵੀਂ ਉਡਾਨ ਪੰਜਾਬੀ ਪਾਠ ਪੁਸਤਕ 7 ਦਾ ਪਾਠ ਨੰਬਰ 13 ਪੜ੍ਹਨਾ ਸ਼ੁਰੂ ਕੀਤਾ ਸੀ ਕੱਲ੍ਹ। ਲੋਕਾਂ ਦਾ ਰਾਸ਼ਟਰਪਤੀ। ਇਸੇ ਨੂੰ ਅੱਗੇ ਕੰਟੀਨਿਊ ਕਰਾਂਗੇ। ਪੰਨਾ ਨੰਬਰ 100 ਦੇ ਉੱਤੇ ਹੈ। ਸੋ ਆਓ ਸ਼ੁਰੂ ਕਰਦੇ ਹਾਂ ਪਾਠ ਪਠਨ। ਅਸੀਂ ਹੁਣ ਤੱਕ ਪੜ੍ਹਿਆ ਸੀ ਕਿ ਡਾਕਟਰ ਕਲਾਮ ਸਨ ਜਿਹੜੇ, ਇਹਨਾਂ ਨੂੰ ਲੋਕਾਂ ਦਾ ਰਾਸ਼ਟਰਪਤੀ ਕਿਹਾ ਗਿਆ ਹੈ। ਇਹਨਾਂ ਕੋ ਵਿਚਰੇ ਨੇ ਲੋਕਾਂ ਦੇ ਵਿੱਚ, ਰੂਬਰੂ ਹੋਏ ਨੇ ਸਭ ਦੇ ਨਾਲ, ਔਰ ਆਪਣੀ ਭੋਏ ਦੇ ਨਾਲ ਜੁੜੇ ਹੋਏ ਸਨ। ਆਪਣੇ ਜ਼ਮੀਰ ਦੇ ਵਿੱਚ ਕਦੇ ਵੀ ਆਕੜ, ਹੰਕਾਰ ਜਾਂ ਹਉਮੈ ਨਹੀਂ ਆਉਣ ਦਿੱਤੀ। ਭਾਵੇਂ ਕਿ ਵੱਡੇ ਵੱਡੇ ਅਹੁਦੇ ਮਿਲਦੇ ਰਹੇ ਨੇ ਇਹਨਾਂ ਨੂੰ, ਪਰ ਫਿਰ ਵੀ ਇੰਨੇ ਉੱਚੇ ਅਹੁਦਿਆਂ ਦੇ ਰਹਿਣ ਦੇ ਬਾਵਜੂਦ ਵੀ ਆਪਣੇ ਗਰੀਬ ਰਿਸ਼ਤੇਦਾਰਾਂ ਨਾਲ ਪਹਿਲਾਂ ਵਰਗਾ ਹੀ ਮੇਲ ਜੋਲ ਰੱਖਦੇ ਰਹੇ ਨੇ, ਆਉਂਦੇ ਜਾਂਦੇ ਰਹੇ ਨੇ। ਬੜਾ ਸੰਘਰਸ਼ ਭਰਪੂਰ ਜੀਵਨ ਸੀ ਇਹਨਾਂ ਦਾ। ਬਚਪਨ ਵਿੱਚ ਵੀ ਗਰੀਬੀ ਸੀ, ਔਰ ਇੰਨੀ ਗਰੀਬੀ ਸੀ ਕਿ ਖੁਦ ਨੂੰ ਅਖਬਾਰਾਂ ਵੇਚਣੀਆਂ ਪਈਆਂ ਤਾਂ ਕਿ ਆਪਣੇ ਪਿਤਾ ਜੀ ਦਾ ਹੱਥ ਵਟਾ ਸਕਣ, ਥੋੜ੍ਹੀ ਹੈਲਪ ਕਰ ਸਕਣ, ਔਰ ਨਾਲ ਦੀ ਨਾਲ ਆਪਣੀ ਪੜ੍ਹਾਈ ਵੀ ਰੱਖੀ, ਜਾਰੀ ਰੱਖੀ ਪੜ੍ਹਾਈ। ਆਓ ਸ਼ੁਰੂ ਕਰਦੇ ਹਾਂ ਅੱਗੇ। ਉਹਨਾਂ ਦਾ ਮਕਾਨ ਸਧਾਰਨ ਸੀ, ਮਜ਼ਬੂਤ, ਕੋਈ 150 ਸਾਲ ਪੁਰਾਣਾ, ਪਰ ਮਕਾਨ ਅੰਦਰ ਲੋੜ ਦੀਆਂ ਸਾਰੀਆਂ ਚੀਜ਼ਾਂ ਸਨ। ਪਿਤਾ ਨਿਹਾਇਤ ਹੀ ਸ਼ਰੀਫ ਤੇ ਪੁੱਜ ਕੇ ਇਮਾਨਦਾਰ। ਅਬਦੁਲ ਕਲਾਮ ਦੇ ਜੀਵਨ ਉੱਤੇ ਪਿਤਾ ਦਾ ਜ਼ਿਆਦਾ ਪ੍ਰਭਾਵ ਪੈਣਾ ਕੁਦਰਤੀ ਸੀ। ਉਹ ਭਲੇ ਹੀ ਪੜ੍ਹੇ ਲਿਖੇ ਨਹੀਂ ਸਨ, ਪਰੰਤੂ ਉਹਨਾਂ ਦੀ ਲਗਨ ਅਤੇ ਉਹਨਾਂ ਦੇ ਦਿੱਤੇ ਸੰਸਕਾਰ ਅਬਦੁਲ ਕਲਾਮ ਦੇ ਬਹੁਤ ਕੰਮ ਆਏ। ਮੁੱਢਲੀ ਸਿੱਖਿਆ ਉਹਨਾਂ ਰਮੇਸ਼ਵਰਮ ਦੇ ਐਲੀਮੈਂਟਰੀ ਸਕੂਲ ਤੋਂ ਹਾਸਲ ਕੀਤੀ ਤੇ ਅਗਲੀ ਪੜ੍ਹਾਈ ਸ਼ਵਾਰਟਜ਼ ਹਾਈ ਸੈਕੰਡਰੀ ਸਕੂਲ ਰਾਮਾਨਾਥਪੁਰਮ ਤੋਂ ਪ੍ਰਾਪਤ ਕੀਤੀ। ਸੋ ਕਹਿੰਦੇ ਨੇ ਪਿਤਾ ਬਹੁਤ ਹੀ ਸ਼ਰੀਫ ਸਨ, ਬੇਹੱਦ ਹੀ ਸੁਲਝੇ ਹੋਏ ਸਨ, ਇਮਾਨਦਾਰ ਸਨ। ਸੋ ਪਿਤਾ ਦੀ ਸ਼ਖਸੀਅਤ ਦਾ ਅਸਰ ਬੱਚੇ ਦੇ ਉੱਤੇ ਪੈਣਾ ਲਾਜ਼ਮੀ ਹੁੰਦਾ ਹੈ। ਸੋ ਉਹਨਾਂ ਦੇ ਜਿਹੜੇ ਸੰਸਕਾਰ ਸਨ, ਜਿਹੜੇ ਪ੍ਰਿੰਸੀਪਲਸ ਸੀਗੇ, ਉਹ ਅਸਰ ਕੀਤੇ ਨੇ ਅਬਦੁਲ ਕਲਾਮ ਦੇ ਉੱਪਰ ਵੀ। ਉਹਨਾਂ ਦੇ ਕੰਮ ਵੀ ਬਹੁਤ ਆਏ ਨੇ। ਔਰ ਕਹਿੰਦੇ ਨੇ ਸ਼ੁਰੂਆਤੀ ਸਿੱਖਿਆ ਸੀ ਜਿਹੜੀ ਉਹਨਾਂ ਨੇ ਰਮੇਸ਼ਵਰਮ ਦੇ ਐਲੀਮੈਂਟਰੀ ਸਕੂਲ ਤੋਂ ਕੀਤੀ ਹੈ। ਬਾਅਦ ਵਿੱਚ ਰਾਮਾਨਾਥਪੁਰਮ ਚਲੇ ਗਏ ਨੇ ਸੈਕੰਡਰੀ ਸਕੂਲ ਵਿੱਚ। ਉਸ ਤੋਂ ਅੱਗੇ ਕੀ ਹੋਇਆ, ਕਾਲਜ ਦੀ ਪੜ੍ਹਾਈ ਦਾ ਪੜ੍ਹਦੇ ਹਾਂ। ਉਹਨਾਂ ਦੇ ਪਹਿਲੇ ਕਾਲਜ ਦਾ ਨਾਂ ਸੈਂਟ ਜੋਸਫ ਕਾਲਜ ਤ੍ਰਿਚੁਰਾਪੱਲੀ ਸੀ, ਜਿੱਥੋਂ ਉਹਨਾਂ ਭੌਤਿਕ ਵਿਗਿਆਨ ਵਿੱਚ ਸਨਾਤਕ ਦੀ ਡਿਗਰੀ ਹਾਸਲ ਕੀਤੀ। ਇਹ 1954 ਦੀ ਗੱਲ ਹੈ। ਉਹਨਾਂ ਨੇ ਮਦਰਾਸ ਦੀ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਐਰੋਸਪੇਸ ਇੰਜੀਨੀਅਰਿੰਗ ਵਿੱਚ ਡਿਗਰੀ ਪ੍ਰਾਪਤ ਕੀਤੀ। 1958 ਵਿੱਚ ਉਹਨਾਂ ਨੇ ਹਾਵਰਕ੍ਰਾਫਟ ਪਰਿਯੋਜਨਾ ਉੱਤੇ ਕੰਮ ਕਰਨ ਲਈ ਰੱਖਿਆ ਅਨੁਸੰਧਾਨ ਅਤੇ ਵਿਕਾਸ ਸੰਸਥਾਨ ਵਿੱਚ ਇੱਕ ਵਿਗਿਆਨੀ ਵਜੋਂ ਜ਼ਿੰਮੇਵਾਰੀ ਸੰਭਾਲੀ। 1963-64 ਵਿੱਚ ਉਹ ਅਮਰੀਕਾ ਵਿੱਚ ਨਾਸਾ ਦੇ ਲੈਂਗਲੇ ਖੋਜ ਕੇਂਦਰ ਵਿੱਚ ਬਤੌਰ ਦਰਸ਼ਕ ਵੇਖਣ ਗਏ ਸਨ। 1965 ਤੋਂ ਉਹ DRDO ਵਿੱਚ ਰਾਕੇਟ ਬਣਾਉਣ ਦੇ ਪ੍ਰੋਜੈਕਟ ਵਿੱਚ ਜੁਟ ਗਏ। ਸੋ ਐਰੋਸਪੇਸ ਇੰਜੀਨੀਅਰਿੰਗ ਵਿੱਚ ਡਿਗਰੀ ਪ੍ਰਾਪਤ ਕੀਤੀ ਹੈ ਮਦਰਾਸ ਇੰਸਟੀਚਿਊਟ ਤੋਂ। ਉਸ ਤੋਂ ਬਾਅਦ ਫਿਰ ਹਾਵਰਕ੍ਰਾਫਟ ਬਣਾਉਣ ਦਾ ਕੰਮ ਸ਼ੁਰੂ ਕਰ ਲਿਆ। ਪ੍ਰੋਜੈਕਟ ਸੀਗਾ ਹਾਵਰਕ੍ਰਾਫਟ ਦਾ। ਸੋ ਉੱਥੇ ਫਿਰ ਇੱਕ ਵਿਗਿਆਨੀ ਵਜੋਂ ਜ਼ਿੰਮੇਵਾਰੀ ਸਾਰੀ ਸੰਭਾਲੀ ਹੈ। ਫਿਰ ਨਾਸਾ ਵਿੱਚ ਗਏ ਨੇ, ਦਰਸ਼ਕ ਬਣ ਕੇ ਵੇਖਣ ਲਈ ਗਏ ਨੇ, ਤੇ 1965 ਦੇ ਵਿੱਚ ਫਿਰ ਰਾਕੇਟ ਬਣਾਉਣ ਦੇ ਪ੍ਰੋਜੈਕਟ ਵਿੱਚ ਜੁਟ ਗਏ। 1969 ਵਿੱਚ ਉਹ ਭਾਰਤੀ ਪੁਲਾੜ ਖੋਜ ਸੰਬੰਧਿਤ ਸੰਸਥਾ ਇਸਰੋ ਨਾਲ ਜੁੜ ਗਏ ਤੇ ਉਹਨਾਂ ਨੇ SLV-3 ਪ੍ਰੋਜੈਕਟ ਬਤੌਰ ਪ੍ਰੋਜੈਕਟ ਡਾਇਰੈਕਟਰ ਕੰਮ ਸ਼ੁਰੂ ਕੀਤਾ। ਸੋ 1969 ਵਿੱਚ ਉਹਨਾਂ ਨੇ
इसरो ਨੂੰ ਜੁਆਇਨ ਕੀਤਾ ਹੈ, ਜਿੱਥੇ ਉਹਨਾਂ ਨੇ ਪ੍ਰੋਜੈਕਟ ਡਾਇਰੈਕਟਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ SLV-3 ਦੇ ਉੱਪਰ। ਭਾਰਤ ਨੇ SLV-3 ਦੀ 3 ਦੀ ਮਦਦ ਨਾਲ ਰੋਹਿਣੀ ਨਾਮਕ ਉਪਗ੍ਰਹਿ ਨੂੰ ਧਰਤੀ ਦੇ ਪੁਲਾੜ ਪੰਧ ਵਿੱਚ ਸਥਾਪਿਤ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਸ ਨਾਲ ਭਾਰਤ ਵਿਗਿਆਨ ਦੇ ਖੇਤਰ ਵਿੱਚ ਦੁਨੀਆ ਦੇ ਪਹਿਲੀ ਕਤਾਰ ਦੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ। 1970 ਵਿੱਚ ਉਹਨਾਂ PSLV ਪ੍ਰੋਜੈਕਟ ਉੱਪਰ ਕੰਮ ਕਰਨਾ ਸ਼ੁਰੂ ਕੀਤਾ, ਜੋ SLV-3 ਦੀ ਤਰ੍ਹਾਂ ਕਾਮਯਾਬ ਰਿਹਾ। ਇਹਨਾਂ ਸਫਲਤਾਵਾਂ ਦੇ ਸਦਕੇ ਉਹਨਾਂ ਨੂੰ ਭਾਰਤ ਦੇ ਪਹਿਲੀ ਕਤਾਰ ਦੇ ਵਿਗਿਆਨੀਆਂ ਵਿੱਚ ਗਿਣਿਆ ਜਾਣ ਲੱਗਾ। ਸੋ ਪਹਿਲਾਂ SLV-3 ਸੀ, ਉਸ ਤੋਂ ਬਾਅਦ ਫਿਰ PSLV ਜਿਹੜਾ ਪੋਲਰ ਸੈਟੇਲਾਈਟ ਲਾਂਚ ਵਹੀਕਲ ਸੀ, ਉਸ ਪ੍ਰੋਜੈਕਟ ਵਿੱਚ ਵੀ ਕੰਮ ਸ਼ੁਰੂ ਕੀਤਾ 1970 ਵਿੱਚ, ਅਤੇ ਇਹਦੇ ਵਿੱਚ ਵੀ ਕਾਮਯਾਬ ਰਹੇ ਨੇ। ਸੋ ਇਹ ਸਫਲਤਾਵਾਂ ਸੀ ਜਿਹੜੀਆਂ ਇਹ ਉਹਨਾਂ ਦੇ ਸਦਕੇ ਸਨ ਭਾਰਤ ਨੂੰ ਮਿਲੀਆਂ, ਜਿਸ ਕਰਕੇ ਭਾਰਤ ਵੀ ਪਹਿਲੀ ਕਤਾਰ ਵਿੱਚ ਸੰਸਾਰ ਦੇ ਜਿਹੜੇ ਵਿਗਿਆਨੀਆਂ ਦੀ ਪਹਿਲੀ ਕਤਾਰ ਸੀ ਉਹਦੇ ਵਿੱਚ ਆ ਕੇ ਭਾਰਤ ਦਾ ਵੀ ਨਾਮ ਜੁੜ ਗਿਆ ਹੈ, ਔਰ ਵਿਗਿਆਨੀਆਂ ਦੇ ਵਿੱਚ ਡਾਕਟਰ ਕਲਾਮ ਨਾਲ ਨਾਮ ਜੁੜਿਆ ਹੈ। SLV ਤੇ PSLV ਦੀ ਕਾਮਯਾਬ ਤਕਨੀਕ ਦੀ ਵਰਤੋਂ ਕਰਕੇ 1970 ਤੋਂ ਹੀ ਉਹ ਬੈਲਿਸਟਿਕ ਮਿਜ਼ਾਈਲਾਂ ਦੇ ਨਿਰਮਾਣ ਨਾਲ ਜੁੜੇ ਕਈ ਪ੍ਰੋਜੈਕਟਾਂ ਉੱਪਰ ਕੰਮ ਕਰਦੇ ਆ ਰਹੇ ਸਨ। ਸੋ ਪਹਿਲਾਂ ਉਹ ਪ੍ਰੋਜੈਕਟ ਸੀਗੇ, ਫਿਰ ਮਿਜ਼ਾਈਲਾਂ ਦਾ ਕੰਮ ਵੀ ਸੀ ਨਾਲ। ਉਹਨਾਂ ਕਈ ਤਜਰਬੇ ਕੀਤੇ ਅਤੇ ਪ੍ਰਿਥਵੀ ਅਤੇ ਅਗਨੀ ਨਾਂ ਦੀਆਂ ਪ੍ਰਮੁੱਖ ਮਿਜ਼ਾਈਲਾਂ ਬਣਾਉਣ ਵਿੱਚ ਸਫਲਤਾ ਹਾਸਲ ਕੀਤੀ। ਇਸ ਤੋਂ ਬਾਅਦ ਇਸ ਪ੍ਰੋਗਰਾਮ ਅਧੀਨ ਉਹਨਾਂ ਹਵਾ ਵਿੱਚ ਮਾਰ ਕਰਨ ਵਾਲੀਆਂ ਤ੍ਰਿਸ਼ੂਲ, ਆਕਾਸ਼ ਅਤੇ ਫਿਰ ਨਾਗ ਨਾਮਕ ਟੈਂਕ ਭੇਦੀ ਮਿਜ਼ਾਈਲਾਂ ਬਣਾਉਣ ਵਿੱਚ ਵੀ ਸਫਲਤਾ ਹਾਸਲ ਕੀਤੀ। ਉਹਨਾਂ ਦੀਆਂ ਇਹਨਾਂ ਸਫਲਤਾਵਾਂ ਕਾਰਨ ਹੀ ਉਹਨਾਂ ਨੂੰ ਮਿਜ਼ਾਈਲ ਮੈਨ ਕਿਹਾ ਜਾਣ ਲੱਗ ਪਿਆ। ਹੁਣ ਦੇਖੋ, ਮਿਜ਼ਾਈਲ ਨਾਮ ਜੁੜ ਗਿਆ ਉਹਨਾਂ ਦੇ ਨਾਮ ਦੇ ਨਾਲ, ਮਿਜ਼ਾਈਲ ਮੈਨ ਕਹਿਣ ਲੱਗ ਪਏ ਨੇ ਉਹਨੂੰ, ਕਿਉਂਕਿ ਪ੍ਰਿਥਵੀ ਤੇ ਅਗਨੀ ਪ੍ਰਮੁੱਖ ਸੀ ਜਿਹਦੇ ਵਿੱਚ ਸਫਲਤਾ ਮਿਲੀ। ਉਸ ਤੋਂ ਬਾਅਦ ਤ੍ਰਿਸ਼ੂਲ, ਆਕਾਸ਼, ਨਾਗ ਇੰਨੀਆਂ ਮਿਜ਼ਾਈਲਾਂ ਬਣਾਈਆਂ ਨੇ ਔਰ ਸਫਲਤਾ ਪ੍ਰਾਪਤ ਕੀਤੀ। ਸੋ ਨਾਮ ਦੇ ਨਾਲ ਇੱਕ ਤਖੱਲੁਸ ਜੁੜ ਗਿਆ ਮਿਜ਼ਾਈਲ ਮੈਨ। ਸੋ ਦੇਖੋ ਕਿੰਨੇ ਪਹੁੰਚੇ ਹੋਏ ਵਿਗਿਆਨੀ ਸਨ ਡਾਕਟਰ ਅਬਦੁਲ ਕਲਾਮ। ਅਗਲਾ ਹਿੱਸਾ ਸੀ ਕੱਲ੍ਹ ਪੜ੍ਹਾਂਗੇ। ਅੱਜ ਲਈ ਇੰਨਾ ਹੀ। ਆਸ ਕਰਦੀ ਹਾਂ ਚੰਗਾ ਲੱਗਾ ਹੋਏਗਾ ਤੁਹਾਨੂੰ, ਚੰਗੀ ਤਰ੍ਹਾਂ ਤੁਸੀਂ ਸੁਣਿਆ ਅਤੇ ਸਮਝਿਆ ਹੋਏਗਾ। ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ। ਕੱਲ੍ਹ ਫਿਰ ਮਿਲਦੇ ਹਾਂ। ਧੰਨਵਾਦ।